हाँ जी, टुडेज टॉपिक इज़ गुडविल। ਅੱਜ ਅਸੀਂ ਗੁੱਡਵਿਲ ਦੀ ਕੈਲਕੂਲੇਸ਼ਨ ਬਾਰੇ ਕਰਨਾ। ਗੁੱਡਵਿਲ ਦਾ ਚੈਪਟਰ ਅਕਾਊਂਟਿੰਗ ਦਾ। ਗੁੱਡਵਿਲ ਬੇਟਾ ਸਭ ਤੋਂ ਪਹਿਲਾਂ ਥੋੜ੍ਹਾ ਬੜਾ ਦੱਸ ਦਈਏ ਕਿ ਗੁੱਡਵਿਲ ਇੱਕ ਤਰ੍ਹਾਂ ਦਾ ਆਪਣਾ ਇੰਟੈਂਜੀਬਲ ਐਸਿਡ ਹੁੰਦਾ। ਇਹਨੂੰ ਆਪਾਂ ਦੇਖ ਜਾਂ ਟੱਚ ਤਾਂ ਕਰ ਨਹੀਂ ਸਕਦੇ, ਬਟ ਇਹਦੀ ਪਰਟੀਕੂਲਰ ਕੋਈ ਨਾ ਕੋਈ ਵੈਲਿਊ ਜ਼ਰੂਰ ਹੁੰਦੀ ਹੈ। ਅਤੇ ਇਸ ਦੀ ਵੈਲਿਊ ਨੂੰ ਕੈਲਕੂਲੇਟ ਕਰਨ ਲਈ ਆਪਾਂ ਇਸ ਚੈਪਟਰ ਨੂੰ ਕਰਾਂਗੇ। ਇਸ ਚੈਪਟਰ ਦੇ ਵਿੱਚ ਦੱਸਿਆ ਜਾਏਗਾ ਕਿ ਗੁੱਡਵਿਲ ਦੀ ਵੈਲੂਏਸ਼ਨ ਕਿਸ ਤਰ੍ਹਾਂ ਕਰੀ ਜਾਏਗੀ, ਜਿਹਦੇ ਲਈ ਦੇ ਅਲੱਗ-ਅਲੱਗ ਮੈਥਡਸ ਨੇ। ਇਹ ਸਾਰਾ ਥਿਊਰੀ ਦਾ ਪਾਰਟ ਹੈ। ਸਭ ਤੋਂ ਪਹਿਲਾਂ ਆ ਗਿਆ ਮੈਥਡਸ ਆਫ ਵੈਲੂਏਸ਼ਨ ਆਫ ਗੁੱਡਵਿਲ। ਹੁਣ ਇਹਦੀ ਵੈਲੂਏਸ਼ਨ ਕਰਨ ਲਈ ਕਿਹੜੇ-ਕਿਹੜੇ ਮੈਥਡ ਨੇ, ਇਹਨੂੰ ਆਪਾਂ ਥ੍ਰੀ ਮੈਥਡਸ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਐਵਰੇਜ ਪ੍ਰੋਫਿਟ ਮੈਥਡ, ਸੈਕਿੰਡ ਨੰਬਰ ਦੇ ਵਿੱਚ ਹੈ ਸੁਪਰ ਪ੍ਰੋਫਿਟ ਮੈਥਡ, ਐਂਡ ਥਰਡ ਵਿੱਚ ਹੈ ਕੈਪੀਟਲਾਈਜੇਸ਼ਨ ਮੈਥਡ। ਜੋ ਆਪਣਾ ਅੱਜ ਦਾ ਲੈਕਚਰ ਹੈ ਉਸ ਦੇ ਵਿੱਚ ਸਿਰਫ ਐਵਰੇਜ ਪ੍ਰੋਫਿਟ ਮੈਥਡ ਬਾਰੇ ਕਰਾਇਆ ਜਾਏਗਾ। ਐਵਰੇਜ ਪ੍ਰੋਫਿਟ ਮੈਥਡ ਨੂੰ ਫਰਦਰ ਆਪਾਂ ਡਿਵਾਈਡ ਕਰਦੇ ਹਾਂ ਟੂ ਦੇ ਵਿੱਚ, ਜਿਹਦੀ ਫਸਟ ਹੈ ਸਿੰਪਲ ਐਵਰੇਜ ਪ੍ਰੋਫਿਟ ਮੈਥਡ ਐਂਡ ਸੈਕਿੰਡ ਹੈ ਵੇਟਡ ਐਵਰੇਜ ਪ੍ਰੋਫਿਟ ਮੈਥਡ। ਬਾਕੀ ਐਵਰੇਜ ਪ੍ਰੋਫਿਟ ਮੈਥਡ ਦੇ ਵਿੱਚ ਜਦੋਂ ਆਪਾਂ ਕਿਸੇ ਵੀ ਗੁੱਡਵਿਲ ਦੀ ਵੈਲਿਊ ਨੂੰ ਕੈਲਕੂਲੇਟ ਕਰਨਾ ਹੈ, ਉਹਦੇ ਲਈ ਆਪਾਂ ਦੋ ਮੈਥਡ ਹੈ। ਜਿਹੜੀ ਗੁੱਡਵਿਲ ਦੀ ਵੈਲੂਏਸ਼ਨ ਦੇ ਜੋ ਮੈਥਡ ਹੈ ਬੇਟਾ, ਇਹਦੇ ਹਰ ਮੈਥਡ ਦਾ ਜੋ ਆਨਸਰ ਆਏਗਾ ਉਹ ਅਲੱਗ-ਅਲੱਗ ਆਏਗਾ, ਡਿਫਰੈਂਟ ਆਏਗਾ। ਅਤੇ ਅੱਜ ਦਾ ਜੋ ਆਪਣਾ ਟੌਪਿਕ ਹੈ ਉਹਦੇ ਸਿਰਫ ਐਵਰੇਜ ਪ੍ਰੋਫਿਟ ਮੈਥਡ ਦੀ ਗੱਲ ਹੋਏਗੀ, ਜਿਹਦੇ 'ਚ ਅਸੀਂ ਕਰਾਂਗੇ ਦੋ, ਸਿੰਪਲ ਐਵਰੇਜ ਪ੍ਰੋਫਿਟ ਮੈਥਡ ਐਂਡ ਵੇਟਡ ਐਵਰੇਜ ਪ੍ਰੋਫਿਟ ਮੈਥਡ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਸਿੰਪਲ ਐਵਰੇਜ ਪ੍ਰੋਫਿਟ ਮੈਥਡ। ਜਿਸ ਦੀ ਕੈਲਕੂਲੇਸ਼ਨ ਕਰਨ ਲਈ ਸਟੈਪਸ ਆਪਾਂ ਪ੍ਰੈਕਟੀਕਲੀ ਹੀ ਕਰਾਂਗੇ ਸਟਾਰਟ। ਸਭ ਤੋਂ ਸਿੰਪਲ ਐਵਰੇਜ ਪ੍ਰੋਫਿਟ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਗੁੱਡਵਿਲ ਕੈਲਕੂਲੇਟ ਕਰਨ ਲਈ ਸਾਨੂੰ ਕੁਝ ਪ੍ਰੋਫਿਟ ਦਿੱਤੇ ਹੋਣਗੇ। ਸਭ ਤੋਂ ਪਹਿਲਾਂ ਆਪਾਂ ਐਵਰੇਜ ਪ੍ਰੋਫਿਟ ਫਾਈਂਡ ਕਰਨਾ। ਐਵਰੇਜ ਪ੍ਰੋਫਿਟ ਦਾ ਫਾਰਮੂਲਾ ਹੈ ਸਮ ਆਫ ਆਲ ਦਾ ਪ੍ਰੋਫਿਟਸ ਡਿਵਾਈਡਡ ਬਾਈ ਨੰਬਰ ਆਫ ਈਅਰਸ। ਜਿੰਨੇ ਵੀ ਆਪਾਂ ਨੂੰ ਪ੍ਰੋਫਿਟ ਦਿੱਤੇ ਹੋਣਗੇ ਸਭ ਨੂੰ ਪਲੱਸ ਕਰਕੇ ਡਿਵਾਈਡਡ ਬਾਈ ਜਿੰਨੇ ਈਅਰਸ ਹੈ ਉਹਦੇ ਨਾਲ ਡਿਵਾਈਡ ਕਰਾਂਗੇ ਅਤੇ ਆਪਣੇ ਕੋਲ ਐਵਰੇਜ ਪ੍ਰੋਫਿਟ ਆ ਜਾਏਗਾ। ਉਸ ਤੋਂ ਬਾਅਦ ਜਿਹੜਾ ਕੁਐਸਚਨ ਦੇ ਵਿੱਚ ਆਪਾਂ ਨੂੰ ਗਿਵਨ ਹੋਏਗਾ ਨੰਬਰ ਆਫ ਈਅਰ ਆਫ ਪਰਚੇਜ਼। ਗੁੱਡਵਿਲ ਕੱਢਣ ਦਾ ਫਾਰਮੂਲਾ ਇਹਦੇ ਵਿੱਚ ਕੀ ਹੈ, ਜੋ ਐਵਰੇਜ ਪ੍ਰੋਫਿਟ ਗੁੱਡਵਿਲ ਇਜ਼ ਇਕੁਅਲ ਟੂ ਐਵਰੇਜ ਪ੍ਰੋਫਿਟ ਮਲਟੀਪਲਾਈ ਬਾਈ ਨੰਬਰ ਆਫ ਈਅਰ ਆਫ ਪਰਚੇਜ਼। ਇਸ ਦੇ ਵਿੱਚ ਜੋ ਆਪਣਾ ਐਵਰੇਜ ਪ੍ਰੋਫਿਟ ਦਾ ਆਂਸਰ 15,000 ਆਇਆ ਅਤੇ ਇਹਨਾਂ ਨੇ ਆਪਾਂ ਨੂੰ ਗਿਵਨ ਕਰਿਆ ਪਿਆ, ਹਾਈਲਾਈਟ ਕਰ ਰਿਹਾ 3 ਈਅਰ ਪਰਚੇਜ਼। 3 ਈਅਰ ਪਰਚੇਜ਼ ਗਿਵਨ ਹੈ, ਇਸ ਕਰਕੇ ਆਪਾਂ ਇਸ ਨੂੰ 3 ਨਾਲ ਮਲਟੀਪਲਾਈ ਕਰਾਂਗੇ। ਕਲੀਅਰ। ਅਤੇ ਉਹਦੇ ਨਾਲ ਆਪਾਂ ਕੋਲ ਗੁੱਡਵਿਲ ਦਾ ਆਂਸਰ ਆ ਜਾਏਗਾ। ਇਹ ਬਿਲਕੁਲ ਸਿੰਪਲ ਕੁਐਸਚਨ ਸੀਗਾ। ਇਹਦੇ ਵਿੱਚ ਥੋੜ੍ਹਾ ਡਿਫੀਕਲਟ ਲੈਵਲ ਵੱਲ ਚੱਲਾਂਗੇ। ਇਹਦੇ ਵਿੱਚ ਕੁਝ ਐਡਜਸਟਮੈਂਟਸ ਵੀ ਦਿੱਤੀਆਂ ਜਾਂਦੀਆਂ ਨੇ, ਜਿਵੇਂ ਕਿ ਐਵਰੇਜ ਪ੍ਰੋਫਿਟ ਮੈਥਡ ਵੈਨ ਐਡਜਸਟਮੈਂਟਸ ਆਰ ਮੇਡ। ਇਲਸਟ੍ਰੇਸ਼ਨ ਨੰਬਰ 2। ਇਹ ਐਡਜਸਟਮੈਂਟਸ ਦੇ ਵਿੱਚ ਕੀ ਹੁੰਦਾ ਕਿ ਕੁਛ ਆਪਾਂ ਨੂੰ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ ਜਾਏਗੀ, ਜਿਹਦੇ ਅਕੋਰਡਿੰਗ ਆਪਾਂ ਗੁੱਡਵਿਲ ਦੀ ਕੈਲਕੂਲੇਸ਼ਨ ਕਰਨੀ ਹੈ। ਹੁਣ ਆਪਾਂ ਕੁਐਸਚਨ ਪੜ੍ਹਾਂਗੇ, ਉਹਦੇ ਵਿੱਚ ਹੀ ਨਾਲ ਨਾਲ ਮੈਂ ਸਮਝਾਵਾਂਗਾ। ਅਮਨ ਪਰਚੇਜ਼ Bharat Tendu business, and with effect of 1st April 2009 it was agreed that item of goodwill be valued at 2-year purchase of average normal profit of the last 3 years। ਜੇ ਆਪਾਂ ਨੂੰ 3 ਸਾਲ ਦੇ ਪ੍ਰੋਫਿਟ ਦਿੱਤੇ ਗਏ हैं 2017, 18 ਐਂਡ 19। ਨਾਲ ਹੀ ਕੁਝ ਇਨਫੋਰਮੇਸ਼ਨ ਹੈ। ਪਹਿਲਾਂ ਆਪਾਂ 2017 ਵੱਲ ਚੱਲਦੇ ਹਾਂ। 1 ਲੱਖ ਆਪਾਂ ਨੂੰ ਪ੍ਰੋਫਿਟ ਦਿੱਤਾ ਗਿਆ, ਜਿਹਦੇ ਵਿੱਚ ਨਾਲ ਆਪਾਂ ਨੂੰ ਲਿਖਿਆ ਗਿਆ ਇਨਕਲੂਡਿੰਗ ਅਬਨੋਰਮਲ ਗੇਨ। ਬੜਾ ਇੱਕ ਚੀਜ਼ ਨੋਟ ਕਰ ਲਓ, ਕੋਈ ਵੀ ਤਰ੍ਹਾਂ ਦਾ ਅਬਨੋਰਮਲ ਗੇਨ ਹੈ ਉਸਨੂੰ ਆਪਾਂ ਹਮੇਸ਼ਾ ਲੈਸ ਕਰਨਾ ਹੈ। ਓਕੇ। ਅਗਰ ਕੋਈ ਵੀ ਤਰ੍ਹਾਂ ਦਾ ਅਬਨੋਰਮਲ ਲੋਸ ਹੈ ਫਿਰ ਉਹਨਾਂ ਨੇ ਆਪਾਂ ਨੂੰ ਅਬਨੋਰਮਲ ਲੋਸ ਦਿੱਤਾ ਹੈ, ਉਸਨੂੰ ਅਸੀਂ ਕੀ ਕਰਨਾ, ਪਲੱਸ। ਓਕੇ। ਇਸ ਲਈ ਇਹਦੀ ਐਡਜਸਟਮੈਂਟਸ ਕਰੀ ਜਾਣਗੀਆਂ। ਸਭ ਤੋਂ ਪਹਿਲਾਂ ਆਪਾਂ ਨੂੰ 1 ਲੱਖ ਅਬਨੋਰਮਲ ਗੇਨ ਦਿੱਤਾ ਗਿਆ, ਅਸੀਂ ਉਹਦੇ ਪ੍ਰੋਫਿਟ ਦੇ ਵਿੱਚੋਂ ਅਬਨੋਰਮਲ ਗੇਨ ਨੂੰ ਕੀ ਕਰ ਦਾਂਗੇ, ਲੈਸ ਕਰ ਦਾਂਗੇ।
ਜਿਹੜਾ ਸਾਡੇ ਕੋਲ ਸਹੀ ਐਗਜ਼ੈਕਟ ਪ੍ਰੋਫਿਟ ਆਪਾਂ ਨੂੰ ਨਿਕਲ ਜਾਏਗਾ 990,000 2017 ਦਾ। ਸੈਕਿੰਡ ਉਸ ਤੋਂ ਬਾਅਦ 2018 ਦੀ ਐਡਜਸਟਮੈਂਟ ਕਰਨੀ ਹੈ ਅਸੀਂ। 2018 'ਚ ਮੈਨੂੰ ਪ੍ਰੋਫਿਟ ਕਿੰਨਾ ਦਿੱਤਾ 1,10,000 ਜੋ ਮੈਂ ਲਿਖ ਲਿਆ। ਉਸ ਤੋਂ ਬਾਅਦ ਮੈਨੂੰ ਐਡਜਸਟਮੈਂਟ ਵਿੱਚ ਕੀ ਕਿਹਾ ਗਿਆ, ਮੇਰੇ ਕੋਲ ਅਬਨੋਰਮਲ ਲੋਸ ਹੈ 20,000 ਦਾ। ਮੈਂ ਪਹਿਲਾਂ ਕਿਹਾ ਅਬਨੋਰਮਲ ਲੋਸ ਨੂੰ ਆਪਾਂ ਇਨਕਲੂਡ ਨਹੀਂ ਕਰਨਾ ਹੁੰਦਾ, ਇਸ ਕਰਕੇ ਆਪਾਂ ਕੀ ਕਰਨਾ ਹੁੰਦਾ, ਮੈਨੂੰ ਪਲੱਸ ਕਰ ਦਾਂਗੇ ਗੇਨ 20,000 ਤੇ ਆਪਣੇ ਕੋਲ ਨੋਰਮਲ ਪ੍ਰੋਫਿਟ ਕਿੰਨਾ ਆ ਜਾਏਗਾ ਹੁਣ 1,30,000। ਬੜੇ ਜੀ ਕੀ ਹੁੰਦਾ ਕਿ ਅਬਨੋਰਮਲ ਗੇਨ, ਜਿਵੇਂ ਆਪਾਂ ਨੂੰ ਸੋਚੋ ਕਿ ਲੋਟਰੀ ਦਾ ਪੈਸਾ ਆ ਗਿਆ, ਉਹ ਆਪਾਂ ਇਨਕਲੂਡ ਨਹੀਂ ਕਰ ਸਕਦੇ ਕਿਉਂਕਿ ਸਾਡੇ ਬਿਜ਼ਨਸ ਦੀ ਕਮਾਈ ਨਹੀਂ ਹੈ, ਉਸ ਨੂੰ ਆਪਾਂ ਲੈਸ ਕਰਨਾ ਹੁੰਦਾ। ਜਾਂ ਅਬਨੋਰਮਲ ਲੋਸ, ਕੁਝ ਫਾਇਰ ਅੱਗ ਲੱਗ ਗਈ ਤੁਹਾਡੇ ਬਿਜ਼ਨਸ, ਕੁਝ ਵੀ ਅਬਨੋਰਮਲ ਵੇ ਨਾਲ ਕੋਈ ਵੀ ਤੁਹਾਨੂੰ ਲੋਸ ਹੋ ਗਿਆ, ਉਹ ਤੁਸੀਂ ਬਿਜ਼ਨਸ ਦੇ ਪ੍ਰੋਫਿਟ ਦੇ ਵਿੱਚੋਂ ਐਡਜਸਟ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਜੋ ਉਹਨਾਂ ਨੇ ਮਾਈਨਸ ਕੀਤਾ ਹੁੰਦਾ ਅਬਨੋਰਮਲ ਲੋਸ ਨੂੰ, ਆਪਾਂ ਦੁਬਾਰਾ ਇਨਕਲੂਡ ਕਰਕੇ ਐਡ ਕਰ ਦਿੰਦੇ ਹਾਂ। ਉਸ ਤੋਂ ਬਾਅਦ 2019 ਦੇ ਵਿੱਚ ਆਪਾਂ ਨੂੰ 85,000 ਦਿੱਤਾ ਗਿਆ ਸੀਗਾ, ਆਪਾਂ ਲਿਖ ਲਿਆ 85,000। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਨੋਨ ਟ੍ਰੇਡ ਇਨਵੈਸਟਮੈਂਟ ਦਾ ਕੋਈ ਇੰਟਰਸਟ ਇਨਕਲੂਡ ਹੈ ਇਹਦੇ ਵਿੱਚ। ਜੋ ਨੋਨ ਟ੍ਰੇਡ ਇਨਵੈਸਟਮੈਂਟ ਦਾ ਕੋਈ ਆਪਾਂ ਨੂੰ ਇੰਟਰਸਟ ਆ ਗਿਆ, ਜੋ ਸਾਡੇ ਬਿਜ਼ਨਸ ਨਾਲ ਰਿਲੇਟ ਨਹੀਂ ਕਰਦਾ, ਜੋ ਚੀਜ਼ ਸਾਡੇ ਬਿਜ਼ਨਸ ਨਾਲ ਰਿਲੇਟ ਨਹੀਂ ਕਰਦੀ ਆਪਾਂ ਉਸ ਨੂੰ ਇਨਕਲੂਡ ਨਹੀਂ ਕਰਨਾ, ਠੀਕ ਹੈ। ਇਸ ਕਰਕੇ ਅਸੀਂ ਉਸ ਨੂੰ ਕੀ ਕਰ ਦਾਂਗੇ, ਲੈਸ ਕਰ ਦਾਂਗੇ, ਆਪਾਂ ਨੂੰ 80,000 ਆ ਜਾਏਗਾ। ਜਦੋਂ ਆਪਣੇ ਕੋਲ ਸਹੀ ਪ੍ਰੋਫਿਟਸ ਤਿੰਨੋਂ ਨਿਕਲ ਗਏ, ਇਹ ਆਪਾਂ ਐਡਜਸਟਮੈਂਟ ਕਰ ਚੁੱਕੇ ਹਾਂ, ਤੇ ਆਪਾਂ ਉਸ ਤਰ੍ਹਾਂ ਹੀ ਇਸ ਨੂੰ ਟੋਟਲ ਕਰ ਲਿੱਤਾ ਜਾਏਗਾ। ਟੋਟਲ ਕਰ ਲਿੱਤਾ ਜਾਏਗਾ, ਇਹਦੇ 'ਚ 3 ਲੱਖ ਆ ਗਿਆ ਜੀ। 3 ਲੱਖ ਨੂੰ ਡਿਵਾਈਡ ਕਰਾਂਗੇ, ਕਿੰਨੇ ਈਅਰਸ ਹੈ 3 ਈਅਰਸ ਹੈ, ਇਹਦੇ ਵਿੱਚ 3 ਨਾਲ ਡਿਵਾਈਡ 1 ਲੱਖ ਆਪਣੇ ਕੋਲ ਕੀ ਆ ਗਿਆ, ਐਵਰੇਜ ਪ੍ਰੋਫਿਟ। ਉਸ ਤੋਂ ਬਾਅਦ ਆਪਾਂ ਗੁੱਡਵਿਲ ਦੀ ਵੈਲੂਏਸ਼ਨ ਕਰਨ ਲਈ ਆਪਾਂ ਫਾਰਮੂਲਾ ਕੀ ਹੈ, ਐਵਰੇਜ ਪ੍ਰੋਫਿਟ ਨੂੰ ਨੰਬਰ ਆਫ ਈਅਰ ਆਫ ਪਰਚੇਜ਼ ਨਾਲ ਮਲਟੀਪਲਾਈ ਕਰਨਾ। ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਨੰਬਰ ਆਫ ਈਅਰ ਆਫ ਪਰਚੇਜ਼ ਕਿੰਨਾ ਗਿਵਨ ਹੈ, ਇਹ ਤੁਹਾਨੂੰ ਕੁਐਸਚਨ ਪੜ੍ਹ ਕੇ ਉੱਪਰੋਂ ਕਲੀਅਰ ਹੋਏਗਾ। 2 ਈਅਰ ਪਰਚੇਜ਼, ਇਹ ਕੁਐਸਚਨ ਵਿੱਚ ਆਪਾਂ ਨੂੰ ਗਿਵਨ ਹੋਏਗਾ। ਹਰ ਇੱਕ ਕੁਐਸਚਨ ਦੇ ਵਿੱਚ ਆਪਾਂ ਨੇ ਐਵਰੇਜ ਪ੍ਰੋਫਿਟ ਨੂੰ ਫਿਰ 2 ਨਾਲ ਮਲਟੀਪਲਾਈ ਕਰ ਦੇਣਾ। ਉਹ ਆਪਣੇ ਕੋਲ ਗੁੱਡਵਿਲ ਦੀ ਵੈਲੂਏਸ਼ਨ ਆ ਗਈ। ਥੱਲੇ ਇੱਕ ਨੋਟ ਵੀ ਦਿੱਤਾ ਗਿਆ, ਫॉर द वैल्यूएशन ऑफ गुडविल ਕਹਿੰਦੇ नेट प्रॉफिट विल नॉट include इंटरेस्ट ऑन नॉन ट्रेड इन्वेस्टमेंट बिकॉज इट इज़ नॉट द इनकम फ्रॉम बिजनेस। जिवें मैं कहा कि वो बिजनेस की साडी इनकम नहीं है, इस करके असीं उसनूं इंक्लूड नहीं कर सकते। थर्ड इलस्ट्रेशन, एवरेज प्रॉफिट मैथड व्हेन पास्ट एडजस्टमेंट्स आर मेड। सिमरन परचेज अनीता's बिजनेस इन ऑन 1 अप्रैल 2019। एग्रीड कर रहे हैं, ਇਹਦੇ ਵਿੱਚ ਆਪਾਂ ਨੂੰ ਗਿਵਨ ਹੈ 3 ईयर परचेज है जी। ਤੇ ਆਪਾਂ ਨੂੰ 4 ਈਅਰਸ ਦਾ ਪ੍ਰੋਫਿਟ ਦਿੱਤੇ ਪਏ ਹੈ, ਜਿਹਦੇ ਵਿੱਚ 2016 ਦਾ 90 ਹੈ, 17 ਦਾ 160 ਹੈ, 18 ਦਾ 180 ਹੈ ਐਂਡ 19 ਦਾ 220 ਹੈ। 4 ਸਾਲ ਦੇ ਪ੍ਰੋਫਿਟ ਦਿੱਤੇ ਗਏ ਤੇ ਥੱਲੇ ਕੁਝ ਐਡਜਸਟਮੈਂਟ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤਾਂ ਜੋ ਆਪਾਂ ਨੂੰ ਆ ਪ੍ਰੋਫਿਟ ਦਿੱਤੇ ਗਏ ਹੈ, ਇਸ ਨੂੰ ਆਪਾਂ ਟੇਬਲ ਦੇ ਵਿੱਚ ਲਿਖ ਲਾਂਗੇ। ਜੋ ਆ ਸਾਨੂੰ ਪ੍ਰੋਫਿਟ ਦਿੱਤੇ ਗਏ ਹੈ, ਇਸ ਨੂੰ ਆਪਾਂ ਟੇਬਲ ਦੇ ਵਿੱਚ ਇੰਪਲੀਮੈਂਟ ਕਰ ਦਾਂਗੇ। ਆ ਆਪਾਂ ਲਿਖ ਲਈ ਜੀ ਪ੍ਰੋਫਿਟ ਜੋ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਹੈ। ਇਹਦੇ ਨਾਲ ਨਾਲ ਆਪਾਂ ਐਡਜਸਟਮੈਂਟਸ ਕਰਨੀਆਂ ਨੇ। ਹੁਣ 2016 ਦੇ ਸਭ ਤੋਂ ਪਹਿਲਾਂ ਪਹਿਲੀ ਐਡਜਸਟਮੈਂਟ ਵੀ ਪੜੋਗੇ। ਡਿਊਰਿੰਗ ਦ ਈਅਰ ਐਂਡਿਡ 31 March 2016 an asset was sold at a gain of ₹10,000। ਬੇਟਾ ਜਦ ਵੀ ਕੋਈ ਆਪਾਂ ਐਸਿਡ ਵੇਚਾਂਗੇ, ਐਸਿਡ ਵੇਚਣ ਦਾ ਕੰਮ ਸਾਡਾ ਰੈਗੂਲਰ ਤਾਂ ਹੈ ਨਹੀਂ, ਸਾਡੇ ਬਿਜ਼ਨਸ ਨਾਲ ਰਿਲੇਟ ਤਾਂ ਹੈ ਨਹੀਂ ਹੈ, ਠੀਕ ਹੈ ਨਾ। ਮਤਲਬ ਕਿ ਬਿਜ਼ਨਸ ਜੋ ਆਪਾਂ ਕੰਮ ਬਿਜ਼ਨਸ ਜਿਸ ਚੀਜ਼ ਦਾ ਕਰ ਰਿਹਾ, ਉਸ ਚੀਜ਼ ਦੇ ਵਿੱਚ ਐਸਿਡ ਦੀ ਸੇਲ ਪਰਚੇਜ਼ ਸਾਡਾ ਟ੍ਰੇਡਿੰਗ ਕੰਮ ਨਹੀਂ ਹੈ, ਠੀਕ ਹੈ ਨਾ, ਨੋਨ ਟ੍ਰੇਡਿੰਗ ਹੀ ਮੰਨਿਆ ਜਾਏਗਾ। ਇਸ ਕਰਕੇ ਇਹ ਸਾਡਾ ਅਬਨੋਰਮਲ ਗੇਨ ਹੈ, ਇਹ ਸਾਡਾ ਕੀ ਹੈ, ਅਬਨੋਰਮਲ ਗੇਨ। ਤੇ ਅਬਨੋਰਮਲ ਗੇਨ ਨੂੰ ਅਸੀਂ ਇਨਕਲੂਡ ਨਹੀਂ ਕਰਨਾ ਹੁੰਦਾ, ਇਸ ਕਰਕੇ ਮੈਂ 10,000 ਨੂੰ ਲੈਸ ਕਰ ਦਾਂਗਾ। ਜਦੋਂ 90 ਦੇ ਵਿੱਚੋਂ 10,000 ਲੈਸ ਕੀਤਾ ਗਿਆ ਤੇ ਆਪਣੇ ਕੋਲ ਕੀ ਆ ਗਿਆ 80,000। ਸੈਕਿੰਡ ਐਡਜਸਟਮੈਂਟ ਆ ਜਾਓ। ਡਿਊਰਿੰਗ ਦ ਈਅਰ ਐਂਡਿਡ 31 March 2017
a machine got destroyed in accident and 30,000 was write off as loss। कोई फिर एसेट की गल आ रही है, साढ़े कोई मशीन सीगी, ठीक है जी, वो डिस्ट्रॉय हो गई, एक्सीडेंट हो गया। अब नॉर्मल है, कदे भी साढ़े हाथ तो है नहीं बताओ, कदे भी किस तरह भी हो गया, तो 30,000 जो है सानू लॉस हो गया ਉਹਦੇ ਨਾਲ। ਤੇ ਸਾਡੇ ਕੋਲ 2017 ਦੇ ਵਿੱਚ ਪ੍ਰੋਫਿਟ ਕਿੰਨਾ ਸੀਗਾ 1,60,000, ਤੇ ਅਸੀਂ ਉਹਦੇ ਵਿੱਚ ਲੋਸ ਲੈਸ ਕੀਤਾ ਹੋਇਆ, ਆਪਾਂ ਇਨਕਲੂਡ ਨਹੀਂ ਕਰਨਾ। ਅਬ ਨੋਰਮਲ ਲੋਸ ਨੂੰ ਹਮੇਸ਼ਾ ਮੈਂ ਕੀ ਕਿਹਾ ਕੀ ਕਰਨਾ, ਐਡ ਕਰ ਦੇਣਾ, ਠੀਕ ਹੈ ਜੀ। ਜਦ 160 'ਚ 30 ਐਡ ਕਰਾਂਗੇ ਤਾਂ ਆਂਸਰ ਸਾਡੇ ਕੋਲ ਕੀ ਆ ਜਾਏਗਾ ਬੇਟਾ। ਉਸ ਤੋਂ ਬਾਅਦ ਸਾਡਾ ਹੈ ਥਰਡ ਐਡਜਸਟਮੈਂਟ ਡਿਊਰਿੰਗ the year ended 31st March 2018, firm's assets were not insured due to oversight insurance premium of rupees 10,000। ਸਾਡਾ ਕੋਈ ਇੰਸ਼ੋਰੈਂਸ ਪ੍ਰੀਮੀਅਮ ਦਾ ਖਰਚਾ ਸੀਗਾ, ਇਸ ਨੂੰ ਅਸੀਂ ਸਾਡੇ ਬਿਜ਼ਨਸ ਨਾਲ ਰਿਲੇਟਡ ਖਰਚਾ ਹੈ, ਕਿਉਂਕਿ ਰੈਗੂਲਰ ਆਪਾਂ ਇੰਸ਼ੋਰੈਂਸਿਸ ਕਰਾਉਂਦੇ ਹਾਂ, ਇਹ ਚੀਜ਼ ਆਪਾਂ ਪ੍ਰੋਫਿਟ ਦੇ ਵਿੱਚੋਂ ਲੈਸ ਕਰਨੀ ਹੁੰਦੀ ਹੈ। ਕੋਈ ਵੀ ਇੰਸ਼ੋਰੈਂਸ ਦਾ ਖਰਚਾ ਹੈ, ਇਸ ਨੂੰ ਅਸੀਂ ਪ੍ਰੋਫਿਟ ਦੇ ਵਿੱਚੋਂ ਕੀ ਕਰਨਾ ਹੈ, ਲੈਸ ਕਰਨਾ ਹੈ। 10,000 ਨੂੰ ਆਪਾਂ ਪ੍ਰੋਫਿਟ ਚੋਂ ਲੈਸ ਕਰਾਂਗੇ 170। ਉਸ ਤੋਂ ਬਾਅਦ ਆਪਣੇ ਕੋਲ 19 ਦੇ ਵਿੱਚ ਕੋਈ ਐਡਜਸਟਮੈਂਟ ਨਹੀਂ ਹੈ, 19 ਦੇ ਵਿੱਚ ਕੋਈ ਐਡਜਸਟਮੈਂਟ ਨਹੀਂ ਹੈ, ਇਸ ਕਰਕੇ 220 ਦਾ 220 ਹੀ ਸੇਮ ਆ ਜਾਏਗਾ। ਉਸ ਤੋਂ ਬਾਅਦ ਸਿੰਪਲ ਵਰਡਸ ਦੇ ਵਿੱਚ ਕਹੀਏ ਤਾਂ ਸਿੰਪਲ ਇਹਨੂੰ ਸਭ ਦਾ ਟੋਟਲ ਕਰ ਲਾਂਗੇ, ਨਾਰਮਲ ਪ੍ਰੋਫਿਟ ਦਾ ਜੋ ਟੋਟਲ ਆਏਗਾ ਉਸ ਨੂੰ ਆਪਾਂ ਫਾਰਮੂਲੇ 'ਚ ਪੁੱਟ ਕਰਾਂਗੇ। ਉਵੇਂ ਹੀ ਜਿਵੇਂ ਐਵਰੇਜ ਪ੍ਰੋਫਿਟ ਕੱਢਣ ਲਈ ਆਪਾਂ ਕੀ ਕਰਦੇ ਹਾਂ, ਟੋਟਲ ਆਫ ਨਾਰਮਲ ਪ੍ਰੋਫਿਟ ਡਿਵਾਈਡਡ ਬਾਈ ਨੰਬਰ ਆਫ ਈਅਰਸ, 6,60,000 ਡਿਵਾਈਡਡ ਬਾਈ 4, 1,65,000 ਆਪਣੇ ਕੋਲ ਐਵਰੇਜ ਪ੍ਰੋਫਿਟ ਆ ਗਿਆ। ਉਸ ਤੋਂ ਬਾਅਦ ਗੁੱਡਵਿਲ ਕੱਢਣ ਲਈ ਆਪਾਂ ਐਵਰੇਜ ਪ੍ਰੋਫਿਟ ਨੂੰ ਨੰਬਰ ਆਫ ਈਅਰ ਆਫ ਪਰਚੇਜ਼ ਨਾਲ ਮਲਟੀਪਲਾਈ ਕਰਾਂਗੇ। ਕੁਐਸਚਨ 'ਚ ਗਿਵਨ ਹੈ 3, ਤੇ ਆਪਾਂ ਮਲਟੀਪਲਾਈ ਕੀਤਾ ਤੇ ਆਂਸਰ ਆਪਣੇ ਕੋਲ ਆ ਗਿਆ। ਆ ਬੇਟਾ ਨੋਟ ਦਿੱਤਾ ਗਿਆ, ਇੰਸ਼ੋਰੈਂਸ ਪ੍ਰੀਮੀਅਮ ਟੁਵਰਡਸ ਇੰਸ਼ੋਰਿੰਗ ਐਸੇਟ ਇਜ਼ ਅ ਰੈਗੂਲਰ ਰੈਕਰਿੰਗ ਐਕਸਪੈਂਸ। ਇਸ ਤਰ੍ਹਾਂ ਰੈਕਰਿੰਗ ਐਕਸਪੈਂਸ ਹੈ, ਇਸ ਨੂੰ ਆਪਾਂ ਡਿਡਕਟ ਕਰਨਾ ਹੈ ਪ੍ਰੋਫਿਟ ਦੇ ਵਿੱਚੋਂ। ਉਸ ਤੋਂ ਬਾਅਦ ਇਲਸਟ੍ਰੇਸ਼ਨ 4 ਆਪਾਂ ਨੂੰ ਦਿੱਤੀ ਗਈ ਹੈ, ਈਅਰ ਐਂਡਿਡ, ਇਹਦੇ ਵਿੱਚ ਆਪਾਂ ਨੂੰ 5 ਈਅਰਸ ਦਿੱਤੇ ਪਏ, 30,000, 70, 1 ਲੱਖ, 140 ਐਂਡ 120 ਬੇਟਾ ਬ੍ਰੈਕਟ ਦੇ ਵਿੱਚ ਪਾਇਆ ਗਿਆ, ਤੁਹਾਨੂੰ ਮੈਂ ਹਾਈਲਾਈਟ ਕਰਕੇ ਦੱਸ ਦਿੰਦਾ। 120 2019 ਦਾ ਕੀ ਹੈ, ਬ੍ਰੈਕਟ ਦੇ ਵਿੱਚ ਹੈ। ਓਕੇ, ਬ੍ਰੈਕਟ ਦੇ ਵਿੱਚ ਹੈ ਮੀਨਸ ਇਹ ਲੋਸ ਹੈ। ਕੋਈ ਵੀ ਵੈਲਿਊ ਆਪਾਂ ਨੂੰ ਇਸ ਗੁੱਡਵਿਲ ਚੈਪਟਰ ਦੇ ਵਿੱਚ ਬ੍ਰੈਕਟ ਦਿੱਤੀ ਗਈ ਹੈ, ਉਸਨੂੰ ਕੀ ਮੰਨਣਾ, ਲੋਸ। ਤੇ ਆਪਾਂ ਨੂੰ ਕੁਝ ਦਿੱਤਾ ਹੋਇਆ ਫਸਟ ਐਪਲ ਕਹਿੰਦੇ 5 ਸਾਈਕਲ ਕੋਸਟਿੰਗ 20,000 ਵਾਸ ਪਰਚੇਜ਼ਡ ਐਂਡ ਵਰ ਰੋਂਗਲੀ ਡੈਬਿਟਡ ਟੂ ਟਰੈਵਲਿੰਗ ਐਕਸਪੈਂਸ। ਜਿਹੜਾ ਆਪਾਂ ਇਸ ਦੇ ਵਿੱਚ ਤੁਹਾਨੂੰ ਇੱਕ ਨੋਟ ਬਣਾਉਣਾ ਪਏਗਾ, ਜਦੋਂ ਆਪਾਂ ਕੋਈ ਵੀ ਐਸਿਡ ਪਰਚੇਜ਼ ਕਰਦੇ ਆ, ਓਕੇ, ਤੇ ਉਸ ਨੂੰ ਆਪਾਂ ਗਲਤੀ ਨਾਲ ਕੀ ਮੰਨ ਲਿਆ, ਰੋਂਗਲੀ ਡੈਬਿਟਡ ਟੂ ਟਰੈਵਲਿੰਗ ਐਕਸਪੈਂਸ ਮੰਨ ਲਿਆ। ਦੈਨ ਅਸੀਂ ਕਿਵੇਂ ਐਡਜਸਟਮੈਂਟ ਕਰਨੀ ਆ ਉਹ ਤੁਹਾਨੂੰ ਅੱਗੇ ਫਰਦਰ ਦੱਸਿਆ ਜਾਏਗਾ। ਤੇ ਇਸ ਦੇ ਵਿੱਚ 4 ਈਅਰ ਪਰਚੇਜ਼ ਦਾ ਕੁਐਸਚਨ ਹੈ, ਸਕਰੀਨ ਤੇ ਆ ਰਿਹਾ। ਤੇ ਸਭ ਤੋਂ ਪਹਿਲਾਂ ਅਸੀਂ ਉਵੇਂ ਪ੍ਰੋਫਿਟਸ ਨੂੰ ਉਤਾਰ ਲਾਂਗੇ, 30,000, 70, 1 ਲੱਖ, 140, ਇਹ ਸਾਰੇ ਆਪਾਂ ਨੋਟ ਕਰ ਲਏ ਜੀ। ਹੋਰ ਤਾਂ ਕੋਈ ਐਡਜਸਟਮੈਂਟ ਹੈ ਨਹੀਂ ਹੈ। 2018 ਦੀ ਐਡਜਸਟਮੈਂਟ ਹੈ, 17 ਤੱਕ ਤਾਂ ਆਪਾਂ ਸਾਰੇ ਉਤਾਰ ਲਏ। 18 ਦੇ ਵਿੱਚ ਵੀ 1 ਅਪ੍ਰੈਲ ਨੂੰ ਹੈ, ਮਤਲਬ ਕਿ ਉਹ 19 ਦੇ ਵਿੱਚ ਚਲੀ ਗਈ, ਠੀਕ ਹੈ ਨਾ, ਕਿਉਂਕਿ ਸਾਡੇ ਕੋਲ ਜਿਹੜਾ 2018 ਹੈ ਉਹ 31 ਮਾਰਚ ਤੱਕ ਹੈ, ਮਤਲਬ ਕਿ 31 ਮਾਰਚ ਤੱਕ ਆਪਣੀ ਕੋਈ ਵੀ ਐਡਜਸਟਮੈਂਟ ਨਹੀਂ ਹੈ, ਕਿਉਂਕਿ ਉਹ 1 ਅਪ੍ਰੈਲ 2018 ਦੀ ਹੈ। ਇਸ ਕਰਕੇ ਇਸ ਸਾਲ ਦੇ ਵਿੱਚ ਤਾਂ ਆਏਗੀ ਨਹੀਂ, ਆਪਾਂ ਇਹ ਸਾਰੇ ਸਾਲਾਂ ਦਾ ਜਿਹੜਾ ਪ੍ਰੋਫਿਟ ਹੈ ਇਹਦਾ ਸੇਮ ਲਿਖ ਲਿਆ। ਓਕੇ, ਮੇਨ ਰਹਿ ਗਈ ਜਿਹੜੀ ਐਡਜਸਟਮੈਂਟ ਕਰਨੀ ਹੈ ਆਪਾਂ 2019 'ਚ ਕਰਨੀ ਹੈ, ਕਿਉਂਕਿ 1 ਅਪ੍ਰੈਲ 2018 ਟੂ 31 ਮਾਰਚ 2019 ਇੱਕ ਈਅਰ ਬਣ ਰਿਹਾ ਪੂਰਾ। ਇਸ ਦੇ ਲਈ ਆਪਾਂ ਨੂੰ ਐਡਜਸਟਮੈਂਟ ਕਰਨ ਲਈ ਦੇਖੋ ਕੀ ਕਰਨਾ ਪਏਗਾ। ਸਭ ਤੋਂ ਪਹਿਲਾਂ ਆਪਾਂ ਨੂੰ ਗਿਵਨ ਕੀ ਹੈ, ਲੋਸ ਗਿਵਨ ਹੈ 1,20,000 ਲੋਸ ਗਿਵਨ ਹੈ ਆਪਾਂ ਨੂੰ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਜੋ ਆਪਾਂ ਨੂੰ ਕੋਸਟਿੰਗ ਦਿੱਤੀ ਪਈ ਹੈ ਸਾਈਕਲ ਦੀ, ਉਹ ਆਪਾਂ ਕੀ ਕਰਨੀ ਹੈ, ਲੈਸ ਕਰਨੀ ਹੈ। ਓਕੇ, ਤੇ ਜੋ ਡੈਪਰੀਸ਼ੀਏਸ਼ਨ ਹੈ ਉਹ ਆਪਾਂ ਐਡ ਕਰਨੀ ਹੈ। ਰੀਜ਼ਨ ਕੀ ਹੈ ਬੇਟਾ, ਕਿਉਂਕਿ ਇਸ ਕੁਐਸਚਨ ਦੇ ਵਿੱਚ ਇਹਨਾਂ ਨੇ ਐਡ ਔਰ ਲੈਸ ਇਸ ਲਿਖਿਆ ਪਿਆ, ਬਟ ਇੱਕ ਤੁਹਾਨੂੰ ਦੂਸਰਾ ਪੈਟਰਨ ਵੀ ਮੈਂ ਸਮਝਾ ਸਕਦਾ।
अगर आप करना चाहिए 1,20,000 ਆਪਾਂ ਨੂੰ ਲੋਸ ਦਿੱਤਾ ਗਿਆ ਜਦ ਆਪਾਂ ਕੋਈ ਵੀ ਐਸਿਡ ਨੂੰ ਕੀ ਮੰਨ ਲਿਆ ਐਕਸਪੈਂਸ ਮੰਨ ਲਿਆ ਠੀਕ ਹੈ ਉਹਦੇ ਲਈ ਵੈਸੇ ਰੂਲ ਕੀ ਹੈ ਕਿ ਉਸਦੀ ਜੋ ਵੈਲਿਊ ਹੈ ਉਹ ਐਡ ਹੁੰਦੀ ਹੈ ਤੇ ਡੈਪਰੀਸ਼ੀਏਸ਼ਨ ਹੁੰਦੀ ਹੈ ਬੇਟਾ ਲੈਸ ਠੀਕ ਹੈ ਨਾ ਜੀ ਤੇ ਇਹਦੀ ਜੋ ਵੈਲਿਊ ਹੈ ਉਹ ਹੈ 20,000 ਉਹ ਆਪਾਂ ਕੀ ਕਰਨੀ ਹੈ ਐਡ ਕਰ ਦਿਓ ਠੀਕ ਹੈ ਤੇ ਡੈਪਰੀਸ਼ੀਏਸ਼ਨ ਕਿੰਨੀ ਆਏਗੀ ਉਹਦੀ ਕੈਲਕੂਲੇਟ ਕਰਾਂਗੇ ਆਪਾਂ 5,000 ਉਹ ਆਪਾਂ ਲੈਸ ਕਰਨੀ ਹੈ ਜਦ ਆਪਾਂ ਇਹਦੀ ਕੈਲਕੂਲੇਸ਼ਨਸ ਕਰਾਂਗੇ 120 ਮਾਈਨਸ ਹੈ 120 ਕੀ ਹੈ ਮਾਈਨਸ ਦੇ ਵਿੱਚ ਹੈ ਪਲੱਸ 20,000 क्योंकि वो प्लस होना है एंड माइनस होना 5,000 यदि कैलकुलेशन करेंगे 1,05,000 माइनस आ जाएगा ओके 1,20,000 एसिड की वैल्यू सी मैं दोबारा लिख देना एक तुसी चीज़ नोट कर सकते हो जब कोई पहले नोट कर लो कोई भी एसिड ਨੂੰ जब ਆਪਾਂ ਮੰਨ ਲਿਆ ਗਿਆ ਹੈ ਐਕਸਪੈਂਸ ਉਸ ਐਸਿਡ ਦੀ ਜੋ ਵੈਲਿਊ ਹੈ ਉਹਨੂੰ ਐਸਿਡ ਦੀ ਜੋ ਵੈਲਿਊ ਹੈ ਉਹਨੂੰ ਆਪਾਂ ਕਰਨਾ ਹੁੰਦਾ ਐਡ ਤੇ ਜੋ ਡੈਪਰੀਸ਼ੀਏਸ਼ਨ ਹੈ ਉਸ ਨੂੰ ਆਪਾਂ ਕਰਨਾ ਹੁੰਦਾ ਲੈਸ ਓਕੇ ਇਹ ਚੀਜ਼ ਨੋਟ ਕਰਨ ਤੋਂ ਬਾਅਦ ਆਪਾਂ ਇਸ ਕੁਐਸਚਨ ਦੇ ਵਿੱਚ ਇਸ ਵਰਕਿੰਗ ਨੋਟ ਨੂੰ ਬਿਲਕੁਲ ਚੇਂਜ ਕਰ ਦਾਂਗੇ ਆਪਾਂ ਇਸ ਨੂੰ ਆਪਣੇ ਤਰੀਕੇ ਨਾਲ ਕਰਾਂਗੇ 1,20,000 ਆਪਾਂ ਨੂੰ ਲੋਸ ਦਿੱਤਾ ਗਿਆ ਇਹ ਪ੍ਰੋਫਿਟ ਹੈ ਸੋਰੀ ਲੋਸ ਦਿੱਤਾ ਗਿਆ 1,20,000 ਜੋ ਕੁਐਸਚਨ ਦੇ ਵਿੱਚ ਮੈਨੂੰ ਲੋਸ ਗਿਵਨ ਹੈ ਇਸ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਲਿਖਾਇਆ ਜੋ ਐਸਿਡ ਦੀ ਵੈਲਿਊ ਹੈ ਉਹਨੂੰ ਆਪਾਂ ਕੀ ਕਰਨਾ ਹੈ ਐਡ ਕਰਨਾ 20,000 ਮੈਂ ਕੀ ਕਰਾਂਗਾ ਐਡ ਕਰਾਂਗਾ ਤੇ ਡੈਪਰੀਸ਼ੀਏਸ਼ਨ ਜੋ ਹੈ ਉਹ ਕੀ ਕਰਨਾ ਹੈ ਲੈਸ ਕਰਨਾ ਹੈ ਜਦ ਇਹ ਵੈਲਿਊ ਮਾਈਨਸ ਦੀ ਹੈ ਇੱਕ ਵੈਲਿਊ ਪਲੱਸ ਦੀ ਹੈ ਮਾਈਨਸ ਪਲੱਸ ਮਾਈਨਸ ਕਰਾਂਗੇ 1,05,000 मेरे को की आ जाएगा लॉस आ जाएगा ओके आई होप ਤੁਹਾਨੂੰ ਇਹ ਵਰਕਿੰਗ ਨੋਟ ਸਮਝ ਆ ਗਿਆ ਹੋਵੇਗਾ ਤੇ ਜਦੋਂ ਆਪਣਾ 1,05,000 ਲੋਸ ਆ ਗਿਆ ਤੇ ਉਸ ਨੂੰ ਆਪਾਂ ਉੱਪਰ ਲਿਖ ਲਵਾਂਗੇ आई होप कि क्लीयर होएगा क्योंकि ये वर्किंग नोट तो डिफरेंट वर्किंग नोट कराया गया तो उस तो बाद असी की करांगे एवरेज प्रॉफिट कटांगे एवरेज प्रॉफिट होवे नॉर्मल प्रॉफिट डिवाइडेड बाय नंबर ऑफ ईयर्स उसने डिवाइड किया तो अपने को एवरेज प्रॉफिट आ गया उस तो बाद गुडविल कड्ढण लई एवरेज प्रॉफिट को नंबर ऑफ ईयर ऑफ परचेज नाल मल्टीप्लाई करना ओके तो इस तो बाद जी एडजस्टमेंट्स है मैंने पास एडजस्टमेंट मेड उवें ही अपन 4 साल का प्रॉफिट दिता गया तो इस 2 ईयर परचेज वाला क्वेश्चन है तो ईयर्स अपन 4 है तो अपन 70 प्रॉफिट है 1 लाख प्रॉफिट है 55,000 लॉस है 145 प्रॉफिट है इसनों ਆਪਾਂ ਟੇਬਲ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਕੁਝ ਐਡਜਸਟਮੈਂਟਸ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਲਿਖ ਲਿਆ ਟੇਬਲ ਦੇ ਵਿੱਚ ਤੇ ਕੁਝ ਐਡਜਸਟਮੈਂਟਸ ਨੇ ਸਭ ਤੋਂ ਪਹਿਲਾਂ ਫਰਮ ਦੇ ਵੀ ਪਹਿਲਾਂ ਦਾ ਪ੍ਰੋਫਿਟ ਆ 17 18 19 ਆ ਲਿਖ ਲਿਆ ਜੀ ਲੋਸ ਨੂੰ ਬ੍ਰੈਕਟ ਵਿੱਚ ਪਾ ਲਿਆ ਸਭ ਤੋਂ ਪਹਿਲੀ ਐਡਜਸਟਮੈਂਟ ਕੀ ਹੈ ਅਬਨੋਰਮਲ ਗੇਨ ਹੈ 10,000 ਦਾ ਕਿਹੜੇ ਈਅਰ 'ਚ ਹੈ 16 ਦੇ ਵਿੱਚ ਹੈ 16 ਦੇ ਵਿੱਚ 10,000 ਮੈਂ ਕੀ ਕਰ ਦਾਂਗਾ ਲੈਸ ਸੈਕਿੰਡ ਅਬਨੋਰਮਲ ਲੋਸ ਹੈ ਕਲੀਅਰਲੀ ਲਿਖਿਆ ਗਿਆ 17 ਦੇ ਵਿੱਚ ਹੈ 17 'ਚ ਮੈਂ ਐਡ ਕਰ ਦਾਂਗਾ 1 ਲੱਖ ਦੇ ਵਿੱਚੋਂ 120 ਆ ਜਾਏਗਾ ਥਰਡ ਰਿਪੇਅਰ ਕਰਾਈ ਹੈ ਕੋਈ ਕਾਰ ਦੀ 50,000 ਹੈ ਰੋਂਗਲੀ ਡੈਬਿਟਡ ਕਰਤਾ ਵਹੀਕਲ ਦੇ ਵਿੱਚ ਬੇਟਾ ਜਿਹੜੀ ਪਿਛਲੀ ਐਡਜਸਟਮੈਂਟ ਮੈਂ ਲਿਖਾਈ ਸੀਗੀ ਉਸ ਤੋਂ ਡਿਫਰੈਂਟ ਹੈ ਇਸ ਕੁਐਸਚਨ ਦੇ ਵਿੱਚ ਕੀ ਸੀਗਾ ਮੈਂ ਰਿਪੇਅਰ ਕਰਾਈ ਸੀ ਤੇ ਮੈਂ ਉਸ ਨੂੰ ਗਲਤੀ ਨਾਲ ਐਸਿਡ ਦੇ ਵਿੱਚ ਪਾਤਾ ਰੋਂਗਲੀ ਡੈਬਿਟਡ ਟੂ ਵਹੀਕਲ ਅਕਾਊਂਟ ਹੁਣ ਕੀ ਕਰਨਾ ਤੁਸੀਂ ਬੇਟਾ ਇੱਕ ਨੋਟ ਦੁਬਾਰਾ ਬਣਾ ਲਓ ਆਪਣੀ ਕਾਪੀ 'ਚ ਜਦ ਕੋਈ ਵੀ ਐਕਸਪੈਂਸ ਨੂੰ ਮੈਂ ਐਸਿਡ ਬਣਾ ਲਿਆ
गलती ना रॉन्गली लिख लिया, दैन मैं उस एसिड की जो वैल्यू है उसनू कर दागा माइनस, ते डेप्रीशिएशन की वैल्यू नू कर दागा प्लस। ओके, सब तो पहले ये कंसैप्ट क्लीयर होना चाहिए। एसिड की वैल्यू नू मैं कर दागा माइनस, डेप्रीशिएशन नू कर दागा प्लस। मतलब जो पिछे करा के आया तुहानू मैथड ਉਹਦਾ ਰੈਸੀਪ੍ਰੋਕਲ ਹੋ ਗਿਆ। ਪਿੱਛੇ ਜੋ ਆਪਾਂ ਕਰਿਆ ਸੀ ਉਹ ਐਸਿਡ ਨੂੰ ਐਕਸਪੈਂਸ ਮੰਨਿਆ ਸੀ, ਇਸ ਕੁਐਸਚਨ ਦੇ ਵਿੱਚ ਆਪਾਂ ਕੋਈ ਐਕਸਪੈਂਸ ਹੈ ਉਸਨੂੰ ਕੀ ਮੰਨ ਲਿਆ, ਐਸਿਡ। ਤੇ ਜਦੋਂ ਇਸ ਤਰ੍ਹਾਂ ਹੋ ਜਾਏ ਐਸਿਡ ਦੀ ਵੈਲਿਊ ਨੂੰ ਲੈਸ ਕਰਨਾ ਤੇ ਡੈਪਰੀਸ਼ੀਏਸ਼ਨ ਦੀ ਵੈਲਿਊ ਨੂੰ ਐਡ ਕਰਨਾ। ਇਹ ਨੋਟ ਕਰ ਲਓ, ਇਸ ਨੂੰ ਆਪਾਂ ਇੰਪਲੀਮੈਂਟ ਕਰਦੇ ਹਾਂ। देखो उसकी वैल्यू कितनी है कार की, 50,000 वैल्यू है, ठीक है। तो 10% स्ट्रेट लाइन मैथड नाल उसकी डेप्रीशिएशन लगनी है। तो उस साल का प्रॉफिट कितना है, 17 का 1 मई है ना, 1 मई 17 वो 18 दे विच आएगी, 1 मई 17 18 दे विच आएगी। तो देखो किवें करना है, ਆਪਾਂ ਨੂੰ 55,000 की दिता पाया, लॉस दिता पाया। तो जो मैं की किया एसिड की वैल्यू नू की करना है, लैस, आ देखो 50,000 लैस करता जी, ठीक है। तो डेप्रीशिएशन नू की करना है, ऐड, आ 5,000 ऐड किया। तो जो आप इसकी कैलकुलेशन करांगे 55 दे विचों 55 तो इत्थे नोट किया पाया बेटा, आ ठीक है। जो 50,000 जो 5 गए तो 45 की हो गया, माइनस के विच ही आ गया, तो माइनस के विच इत्थे लिखता, इन्होंने माइनस माइनस की हो जाएगा प्लस, तो 1 लाख बन गया। ओके, 1 लाख मैं इत्थे भी बना सकता सी, बस इत्थे 55 लिख दो तुसी, तो 1 लाख डायरैक्ट तुहाडा आंसर आ जाएगा, ठीक है। वो फिर तुहाडा डायरैक्ट इत्थे 1 लाख आंसर बन जाएगा। तो जो डेप्रीशिएशन है तुहानू ये भी पता है कि हर साल लगती है, तो डेप्रीशिएशन जो हर साल लगती है तो मतलब कि अगले साल की जो एडजस्टमेंट है मैं ऑटोमैटिकली अपने आप कराँगा, उन्होंने कुछ नहीं किया। तो जो मैं अगले साल की एडजस्टमेंट है 5,000 स्ट्रेट लाइन मैथड है, 5,000 आएगा 10% 50,000 का, तो वो मैं ऑटोमैटिकली अगले साल के भी ऐड कर दूँगा, क्योंकि डेप्रीशिएशन इस कंसैप्ट के अकॉर्डिंग की होनी है, ऐड होनी है। और 145 के ऐड किया 150 बन गया। जो मैं इन्हों का टोटल कराया तो मेरे को क्या आ जाएगा, नॉर्मल प्रॉफिट 230 एंड नंबर ऑफ ईयर किन्ने है 4 है, तो 57,500 आ जाएगा जी तुहाडा, क्लीयर। तो उस तो बाद वैल्यूएशन ऑफ गुडविल कढ़ने लई एवरेज प्रॉफिट नू नंबर ऑफ ईयर ऑफ परचेज नाल मल्टीप्लाई करना है। एवरेज प्रॉफिट 57,500 इंटू 2 तो 1,15,000 तुहाडे को आंसर आ जाएगा गुडविल का। उस तो बाद इलस्ट्रेशन नंबर 6 सारा तारा एंड जारा 3 to 1 है, अपन उमें प्रॉफिट दिते पे हैं, तो ये भी नंबर ऑफ ईयर ऑफ परचेज पहला तुसीं फाइंड कर सकते हो। ओके, तो जिस दे विच देखो अपन ने की करना, उन्होंने क्वेश्चन की किया है, कहते फॉर द पर्पस ऑफ गुडविल इज वैल्यूड एट ट्वाइस द एवरेज, तो मैं नंबर ऑफ ईयर ऑफ परचेज ट्वाइस हो गया, ऑफ एनुअल प्रॉफिट ऑफ द प्रीवियस 3 और 4 ईयरस विच एवरेज हायर। कहते तुसी एवरेज प्रॉफिट कड्डो 3 सालों का भी, प्रीवियस 3 सालों का, मतलब कि जोड़े पिछले 3 साल है, तो 4 सालों का भी, 3 का भी कढ़ना है तो 4 का भी कढ़ना है। दोनों जो हाई होएगा उसनों सिलैक्ट करके आप गुडविल की वैल्यू करनी है। मैं दोबारा दस रहा, पिछले 3 सालों का प्रॉफिट या 4 सालों का प्रॉफिट, दोनों की एवरेज कड्डो,
ਉਹਨਾਂ ਦੀ ਐਵਰੇਜ ਕੱਢ ਕੇ ਜਿਹੜਾ ਦੋਨਾਂ ਚੋਂ ਆਨਸਰ ਹਾਈ ਹੋਏਗਾ ਉਸ ਨੂੰ ਆਪਾਂ ਕੀ ਮੰਨਣਾ ਹੈ, ਸਿਲੈਕਟ ਕਰਨਾ ਉਸ ਨੂੰ, ਤੇ ਉਸ ਦੇ ਅਕੋਰਡਿੰਗ ਆਪਾਂ ਗੁੱਡਵਿਲ ਕਰ ਦੇਣੀ ਹੈ। ਆਪਾਂ ਨੂੰ ਉਵੇਂ 4 ਸਾਲ ਦੇ ਪ੍ਰੋਫਿਟ ਦਿੱਤੇ ਗਏ ਹੈ, ਆਪਾਂ ਉਸ ਨੂੰ ਲਿਖ ਲਿਆ ਜੀ। ਤੇ ਐਡਜਸਟਮੈਂਟ ਦਾ ਕੋਈ ਖਾਸ ਹੈ ਨਹੀਂ ਇਹਦੇ ਵਿੱਚ, ਤੇ ਮੈਂ ਕੀ ਕਰਾਂਗਾ, ਦੋਨਾਂ ਦਾ ਜਿਹੜਾ ਐਵਰੇਜ ਪ੍ਰੋਫਿਟ ਕੱਢਿਆ, ਜਿਹੜੇ ਲੇਟੈਸਟ 3 ਸਾਲ ਲੈਣੇ ਆ ਬੇਟਾ, ਜਿਵੇਂ 19, 18, 16, 17, 18, 19 ਹੈ, ਮੈਂ 17, 18, 19 ਨੂੰ ਹੀ ਸਿਲੈਕਟ ਕਰਨਾ ਜੋ ਲੇਟੈਸਟ ਹੈ, ਠੀਕ ਹੈ ਨਾ। ਪ੍ਰੀਵੀਅਸ ਦਾ ਮਤਲਬ ਜੋ ਲੇਟੈਸਟ, ਜਿਹੜੇ ਪਿਛਲੇ ਲਗਾਤਾਰ 3 ਸਾਲ ਹੈ, ਤੇ 4 ਸਾਲਾਂ 'ਚ ਤਾਂ ਚਾਰੋਂ ਹੀ ਆ ਜਾਣੇ ਆ। ਇਹਨਾਂ ਦੇ ਪ੍ਰੋਫਿਟ ਦੇ ਵਿੱਚੋਂ ਆਪਾਂ ਪਲੱਸ ਕਰਕੇ ਟੋਟਲ ਕਰਾਂਗੇ, ਦੋਨਾਂ ਦੀ ਐਵਰੇਜ ਕੱਢਣ ਲਈ ਇਹਨੂੰ 3 ਨਾਲ, ਕਿਉਂਕਿ 3 ਈਅਰ ਹੈ, ਇਹਨੂੰ 4 ਨਾਲ, ਕਿਉਂਕਿ 4 ਈਅਰ ਹੈ, ਤੇ ਆਪਣੇ ਕੋਲ ਆਨਸਰ ਆ ਜਾਏਗਾ, ਪਹਿਲੇ ਦਾ ਹੈ 36,500, ਦੂਜੇ ਦਾ 37,925, ਤੇ ਦੋਨਾਂ ਚੋਂ ਹਾਇਰ ਕੌਣ ਆ ਗਿਆ, 4 ਈਅਰ ਪ੍ਰੋਫਿਟ ਵਾਲਾ। ਓਕੇ, ਤੇ ਜੋ 37,925 ਨੂੰ ਆਪਾਂ ਸਿਲੈਕਟ ਕਰ ਲਿਆ ਜੀ। ਉਸ ਤੋਂ ਬਾਅਦ ਆਪਾਂ ਇਸ ਨੂੰ ਕੈਲਕੂਲੇਸ਼ਨ ਕਰਨ ਲਈ ਜੋ ਆਪਾਂ ਇਹ ਸਿਲੈਕਟ ਕੀਤਾ, ਇਸ ਨੂੰ 2 ਨਾਲ ਮਲਟੀਪਲਾਈ ਕਰਨਾ, ਕਿਉਂਕਿ 2 ਈਅਰ ਪਰਚੇਜ਼ ਹੈ, ਆਪਣੇ ਕੋਲ ਗੁੱਡਵਿਲ ਦੀ ਵੈਲਿਊ ਆ ਜਾਏਗੀ। ਨੈਕਸਟ ਸਾਡਾ ਜੋ ਟੌਪਿਕ ਹੈ ਬੇਟਾ, ਉਹ ਹੈ ਵੇਟਡ ਐਵਰੇਜ ਪ੍ਰੋਫਿਟ ਮੈਥਡ। ਵੇਟਡ ਐਵਰੇਜ ਪ੍ਰੋਫਿਟ ਮੈਥਡ ਦੇ ਵਿੱਚ ਅਸੀਂ ਕੈਲਕੂਲੇਟ ਕਰਨਾ ਹੈ ਗੁੱਡਵਿਲ ਨੂੰ, ਤੇ ਉਹਦੇ ਲਈ ਜੋ ਕੁਐਸਚਨਸ ਹੈ ਉਹ ਸਾਹਮਣੇ ਆਣਗੇ। ਹੁਣ ਇਲਸਟ੍ਰੇਸ਼ਨ 7 ਆਪਾਂ ਨੂੰ ਪ੍ਰੋਫਿਟ ਦਿੱਤਾ ਗਿਆ 5 ਈਅਰਸ ਦਾ, ਤੇ ਆਪਾਂ ਨੂੰ ਵੇਟ ਦਿੱਤਾ ਗਿਆ ਨਾਲ। ਵੇਟ ਉਹਨਾਂ ਦੀ ਇੰਪੋਰਟੈਂਸ ਦੇ ਅਕੋਰਡਿੰਗ ਦਿੱਤਾ ਜਾਂਦਾ ਹੈ, ਤੇ ਆਪਾਂ ਨੂੰ ਵੇਟ ਗਿਵਨ ਹੈ, ਤੇ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਮਲਟੀਪਲਾਈ ਕਰ ਲਾਂਗੇ ਦੋਨਾਂ ਨੂੰ ਪ੍ਰੋਡਕਟ ਕੱਢਣ ਲਈ, ਵੇਟਡ ਪ੍ਰੋਫਿਟ ਕੱਢਣ ਲਈ। 48 ਨੂੰ 2 ਨਾਲ 96, 60 ਨੂੰ 3 ਨਾਲ 180, 50 ਨੂੰ 4 ਨਾਲ 2 ਲੱਖ, 36 ਨੂੰ 5 ਨਾਲ 180। ਕਲੀਅਰ। ਇਹਨਾਂ ਦੇ ਜੋ ਵੇਟਡ ਪ੍ਰੋਫਿਟ ਹੈ ਉਹਦਾ ਟੋਟਲ ਕਰ ਲਾਂਗੇ ਬੇਟਾ। ਉਸ ਤੋਂ ਬਾਅਦ ਵੇਟਡ ਐਵਰੇਜ ਪ੍ਰੋਫਿਟ ਕੱਢਣ ਲਈ ਟੋਟਲ ਨੰਬਰ ਆਫ ਵੇਟ ਨੂੰ ਡਿਵਾਈਡ ਕਰ ਦਾਂਗਾ ਨੰਬਰ ਆਫ ਵੇਟਸ ਨਾਲ। ਓਕੇ, ਤੇ ਇਹਦਾ ਫਾਰਮੂਲਾ ਹੈ ਟੋਟਲ ਵੇਟਡ ਪ੍ਰੋਫਿਟ ਡਿਵਾਈਡਡ ਬਾय ਟੋਟਲ ਆਫ ਵੇਟ। ਟੋਟਲ ਆਫ ਵੇਟ ਜੋ ਆਪਣਾ ਵੇਟ ਦਾ ਟੋਟਲ ਆਏਗਾ। ਗੁੱਡਵਿਲ ਕੱਢਣ ਲਈ ਵੇਟਡ ਐਵਰੇਜ ਪ੍ਰੋਫਿਟ ਨੂੰ ਨੰਬਰ ਆਫ ਈਅਰ ਆਫ ਪਰਚੇਜ਼ ਨਾਲ ਮਲਟੀਪਲਾਈ ਕਰਨਾ। ਇਸ ਕੁਐਸਚਨ 3 ਹੈ, ਤੇ ਆਪਣਾ ਆਂਸਰ ਕਲੀਅਰ ਜੀ। ਹੁਣ ਆਪਣੇ ਵੇਟਡ ਐਵਰੇਜ ਪ੍ਰੋਫਿਟ ਦੇ ਵਿੱਚ ਵੀ ਐਡਜਸਟਮੈਂਟਸ ਆ ਸਕਦੀਆਂ ਨੇ। ਇਹਦੇ ਵੀ ਜਿਹੜੀਆਂ ਐਡਜਸਟਮੈਂਟਸ ਆਣਗੀਆਂ, ਉਹਦੇ ਵੀ ਦੇਖੋ ਆ ਪ੍ਰੋਫਿਟ ਦਿੱਤੇ ਪਏ, ਪਹਿਲਾਂ ਮੈਂ ਗਿਵਨ ਕੀ ਹੈ ਦੇਖ ਲਓ। 5 ਸਾਲਾਂ ਦੇ ਪ੍ਰੋਫਿਟ ਹੈ ਜੀ, 3 ਈਅਰ ਪਰਚੇਜ਼ ਹੈ, ਤੇ ਆਪ ਨੂੰ 5 ਸਾਲ ਦੇ ਪ੍ਰੋਫਿਟ ਗਿਵਨ ਹੈ, ਤੇ ਕੁਝ ਐਡਜਸਟਮੈਂਟਸ ਨੇ, ਤੇ ਉਹ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਜੋ ਆਪਾਂ ਨੂੰ ਪ੍ਰੋਫਿਟ ਦਿੱਤੇ ਉਹਨੂੰ ਐਜ਼ ਇਟ ਇਜ਼ ਟੇਬਲ ਦੇ ਵਿੱਚ ਲਿਖ ਲਿਆ। ਸਭ ਤੋਂ ਪਹਿਲੀ ਐਡਜਸਟਮੈਂਟ ਹੈ ਅਬਨੋਰਮਲ ਲੋਸ। ਤੁਹਾਨੂੰ ਪਤਾ ਹੋਣਾ ਚਾਹੀਦਾ ਅਬਨੋਰਮਲ ਲੋਸ ਆਪਾਂ ਕੀ ਕਰਦੇ ਆ, ਐਡ ਕਰਦੇ ਆ। ਆਪਣੇ ਕੋਲ ਆਂਸਰ ਆ ਗਿਆ, ਇਹ 2015 ਦਾ ਹੈ, ਤੇ ਆਪਾਂ ਇਸ ਦੇ ਵਿੱਚ ਐਡਜਸਟ ਕਰ ਲਿਆ। ਸੈਕਿੰਡ ਅਬਨੋਰਮਲ ਗੇਨ, ਉਹ 2017 ਦੀ ਐਡਜਸਟਮੈਂਟ ਹੈ। 2017 ਦੇ ਵਿੱਚ ਅਬਨੋਰਮਲ ਗੇਨ ਨੂੰ ਲੈਸ ਕਰਤਾ। ਕਲੋਜ਼ਿੰਗ ਸਟਾਕ ਕਹਿੰਦੇ 2018 ਦੇ ਵਿੱਚ ਓਵਰ ਵੈਲਿਊਡ ਹੈ। ਬੇਟਾ ਜਦੋਂ ਕੋਈ ਵੀ ਕਲੋਜ਼ਿੰਗ ਸਟਾਕ ਓਵਰ ਵੈਲਿਊਡ ਹੋਵੇ ਤੇ ਆਪਾਂ ਉਸ ਨੂੰ ਲੈਸ ਕਰਨਾ ਹੁੰਦਾ, ਠੀਕ ਹੈ ਜੀ। ਤੇ ਅਗਰ 1 ਸਾਲ ਦਾ ਕਲੋਜ਼ਿੰਗ ਸਟਾਕ ਓਵਰ ਵੈਲਿਊਡ ਹੈ ਤੇ ਅਗਲੇ ਸਾਲ ਦਾ ਓਪਨਿੰਗ ਸਟਾਕ ਵੀ ਹੋਏਗਾ, ਤੇ ਅਗਲੇ ਸਾਲ ਉਸ ਨੂੰ ਕੀ ਕਰ ਦਾਂਗੇ, ਐਡ ਕਰ ਦਾਂਗੇ। ਇਹਦੇ ਬਾਰੇ ਕੁਝ ਦੱਸਿਆ ਨਹੀਂ ਜਾਏਗਾ, ਤੁਸੀਂ ਆਪਣੇ ਆਪ ਕਰਨਾ ਹੈ। ਜਦ ਆਪਾਂ 1 ਸਾਲ ਦੇ ਵਿੱਚ ਕਲੋਜ਼ਿੰਗ ਸਟਾਕ ਨੂੰ ਲੈਸ ਕੀਤਾ, ਅਗਲੇ ਸਾਲ ਓਪਨਿੰਗ ਸਟਾਕ ਕੀ ਹੋ ਜਾਏਗਾ, ਉਹ ਐਡ ਹੋ ਜਾਏਗਾ, ਠੀਕ ਹੈ ਜੀ। closing stock being overvalued 31st March 2018 means the profit of the year ended of 2018 ਦਾ ਹਾਇਰ ਅਮਾਊਂਟ। ਕਹਿੰਦੇ ਇਹਦੇ ਕਰਕੇ ਪ੍ਰੋਫਿਟ ਹਾਈ ਹੋ ਗਿਆ ਹੋਣਾ, ਇਸ ਕਰਕੇ ਜਿਹੜਾ ਨੈਕਸਟ ਈਅਰ ਦਾ ਪ੍ਰੋਫਿਟ ਵੀ ਇਫੈਕਟ ਕਰੇਗਾ, ਠੀਕ ਹੈ। ਤੇ ਉਹਦੇ 'ਚ ਲੋਅਰ ਅਮਾਊਂਟ ਆਫ ਕਲੋਜ਼ਿੰਗ ਸਟਾਕ ਆਫ ਦਾ ਪ੍ਰੀਵੀਅਸ ਈਅਰ ਕਰਕੇ ਓਪਨਿੰਗ ਸਟਾਕ ਆਫ ਨੈਕਸਟ ਈਅਰ ਵੀ ਇਫੈਕਟ ਕਰਦਾ, ਇਸ ਕਰਕੇ ਐਡਜਸਟਮੈਂਟ ਕਰਨੀ ਪੈਂਦੀ ਹੈ ਸਾਨੂੰ। ਤੇ ਜੋ ਸਾਡੇ ਕੋਲ ਜਿਹੜੇ ਪ੍ਰੋਫਿਟਸ ਨਿਕਲੇ ਨੇ, ਠੀਕ ਹੈ ਜੀ, ਇਸ ਨੂੰ ਆਪਾਂ ਮਲਟੀਪਲਾਈ ਕਰਾਂਗੇ ਵੇਟ ਨਾਲ। ਇਸ ਨੂੰ ਆਪਾਂ ਫਰਦਰ
ਨੈਕਸਟ ਟੇਬਲ ਦੇ ਵਿੱਚ ਸ਼ਿਫਟ ਕਰਾਂਗੇ। ਆ ਨੈਕਸਟ ਟੇਬਲ ਦੇ ਵਿੱਚ ਜੋ ਆਪਣੇ ਕੋਲ ਆਨਸਰ ਆਏ ਸੀਗੇ ਲਿਖ ਕੇ ਉਹਨੂੰ ਵੇਟਸ ਨਾਲ ਮਲਟੀਪਲਾਈ ਕਰਕੇ ਵੇਟਡ ਪ੍ਰੋਫਿਟ ਕੱਢ ਲਾਂਗੇ। ਠੀਕ ਹੈ ਜੀ, ਫਿਰ ਵੇਟਡ ਪ੍ਰੋਫਿਟ ਦਾ ਟੋਟਲ ਕਰਾਂਗਾ, ਫਾਰਮੂਲੇ 'ਚ ਪੁੱਟ ਕਰਾਂਗਾ ਵੇਟਡ ਪ੍ਰੋਫਿਟ ਦਾ ਟੋਟਲ ਹੈ ਡਿਵਾਈਡਡ ਬਾਈ ਨੰਬਰ ਆਫ ਵੇਟਸ, ਟੋਟਲ ਆਫ ਵੇਟਸ ਐਂਡ ਵੈਲਿਊਏਸ਼ਨ ਨੂੰ ਗੁੱਡਵਿਲ ਕੱਢਣ ਲਈ ਜੋ ਵੇਟਡ ਐਵਰੇਜ ਪ੍ਰੋਫਿਟ ਹੈ ਉਹਨੂੰ ਨੰਬਰ ਆਫ ਈਅਰ ਆਫ ਪਰਚੇਜ਼ ਨਾਲ ਮਲਟੀਪਲਾਈ ਕਰ ਦਾਂਗਾ। ਉਸ ਤੋਂ ਬਾਅਦ ਇसी ਤਰ੍ਹਾਂ ਦਾ ਕੁਐਸਚਨ ਫਿਰ ਆ ਗਿਆ ਆਪਣੇ ਕੋਲ। ਇਸ ਦੇ ਵਿੱਚ ਵੀ ਸਾਨੂੰ 3 ਈਅਰ ਪਰਚੇਜ਼ ਗਿਵਨ ਹੈ ਅਤੇ ਆਪਾਂ ਨੂੰ ਪ੍ਰੋਫਿਟ ਦਿੱਤੇ ਆ 5 ਸਾਲਾਂ ਦੇ। ਕੁਛ ਐਡਜਸਟਮੈਂਟਸ ਵੀ ਨੇ ਇਸ ਕੁਐਸਚਨ ਦੇ ਵਿੱਚ, 4 ਐਡਜਸਟਮੈਂਟਸ ਨੇ। ਸਭ ਤੋਂ ਪਹਿਲੀ ਤਾਂ ਅਬਨੋਰਮਲ ਗੇਨ ਹੈ, ਸੈਕੰਡ ਅਬਨੋਰਮਲ ਲੋਸ ਹੈ। ਆਈ ਹੋਪ ਕਿ ਇਹਦਾ ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੋਣ। ਆਪਾਂ ਕੀ ਕਰਾਂਗੇ, ਪਹਿਲਾਂ ਉਵੇਂ ਪ੍ਰੋਫਿਟਸ ਨੂੰ ਉਤਾਰ ਲਿਆ, ਠੀਕ ਹੈ ਜੀ। ਸੈਕਿੰਡ ਸਾਡਾ ਜਿਹੜਾ ਮੋਟਿਵ ਹੈ ਉਹ ਐਡਜਸਟਮੈਂਟਸ ਦਾ, ਤੇ ਐਡਜਸਟਮੈਂਟਸ ਕਰਨ ਲਈ ਸਾਨੂੰ ਸਭ ਤੋਂ ਪਹਿਲੀ ਐਡਜਸਟਮੈਂਟਸ ਆਪਾਂ ਕਰਾਂਗੇ ਅਬਨੋਰਮਲ ਗੇਨ ਦੀ। ਅਬਨੋਰਮਲ ਗੇਨ ਕਿੰਨਾ ਦਿੱਤਾ ਹੈ 20,000, 2016 ਦਾ। 2016 ਦੇ ਵਿੱਚ 20,000 ਕੀ ਹੋ ਜਾਏਗਾ, ਲੈਸ ਹੋ ਜਾਏਗਾ। ਸੈਕਿੰਡ ਅਬਨੋਰਮਲ ਲੋਸ 10,000, 17 ਦਾ। 17 ਦੇ ਵਿੱਚ 10,000 ਕੀ ਹੋ ਜਾਏਗਾ, ਐਡ ਹੋ ਜਾਏਗਾ ਤੇ ਆਪਣਾ ਆਨਸਰ ਆ ਜਾਏਗਾ। ਉਸ ਤੋਂ ਬਾਅਦ ਕਹਿੰਦੇ ਐਕਸਪੈਂਸ ਹੈ 50,000 ਦੇ ਮਸ਼ੀਨ ਦੇ 2017 ਡੈਬਿਟਡ ਟੂ ਪ੍ਰੋਫਿਟ ਐਂਡ ਲੋਸ ਅਕਾਊਂਟ ਇੰਸਟੈਡ ਆਫ ਡੈਬਿਟਿੰਗ ਮਸ਼ੀਨਰੀ ਅਕਾਊਂਟ। ਕਹਿੰਦੇ ਕੋਈ ਆਪਾਂ ਮੇਜਰ ਐਕਸਪੈਂਸ ਕੀਤਾ, ਮੇਜਰ ਐਕਸਪੈਂਸ ਕਰਨਾ ਮਤਲਬ ਜਿਹੜਾ ਐਡੀਸ਼ਨਲ ਹੁੰਦਾ ਹੈ, ਮਤਲਬ ਕਿ ਆਪਾਂ ਐਸਿਡ ਅਕਾਊਂਟ ਵਿੱਚ ਪਾਉਣਾ ਹੁੰਦਾ ਹੈ ਤੇ ਆਪਾਂ ਗਲਤੀ ਨਾਲ ਕਿਹਦੇ 'ਚ ਪਾਤਾ, ਐਕਸਪੈਂਸ ਪਾਤਾ। ਮਤਲਬ ਕਿ ਇਹ ਕੁਐਸਚਨ ਜਿਹੜੇ ਮੈਂ ਤੁਹਾਨੂੰ 2 ਟੌਪਿਕ ਕਰਾ ਕੇ ਆਇਆ, ਇੱਕ ਤਾਂ ਐਸਿਡ ਨੂੰ ਐਕਸਪੈਂਸ ਮੰਨ ਲਿਆ, ਇੱਕ ਐਕਸਪੈਂਸ ਨੂੰ ਐਸਿਡ ਮੰਨ ਲਿਆ। ਜਿਹੜਾ ਇਹ ਵਾਲਾ ਜਿਹੜਾ ਐਡਜਸਟਮੈਂਟ ਹੈ ਇਹ ਕਿਸ ਨਾਲ ਰਿਲੇਟਿਡ ਹੈ, ਆਪਾਂ ਕੋਈ ਐਸਿਡ ਸੀਗਾ ਉਹਨੂੰ ਗਲਤੀ ਨਾਲ ਕੀ ਮੰਨ ਲਿਆ, ਐਕਸਪੈਂਸ ਮੰਨ ਲਿਆ। ਤੇ ਇਹਦੇ ਵਿੱਚ ਮੈਂ ਤੁਹਾਨੂੰ 2 ਚੀਜ਼ਾਂ ਕਹੀਆਂ ਸੀਗੀਆਂ, ਇੱਕ ਤਾਂ ਐਸਿਡ ਦੀ ਜੋ ਵੈਲਿਊ ਹੈ ਉਸ ਨੂੰ ਆਪਾਂ ਕੀ ਕਰਨਾ, ਪਲੱਸ ਕਰਨਾ, ਤੇ ਡੈਪਰੀਸ਼ੀਏਸ਼ਨ ਨੂੰ ਕੀ ਕਰਨਾ, ਮਾਈਨਸ। ਅਗਰ ਤੁਹਾਨੂੰ ਪਿੱਛੇ ਤੁਸੀਂ ਨੋਟ ਕਰਿਆ ਹੋਵੇ ਤੇ ਇਹਦੀ ਐਡਜਸਟਮੈਂਟ ਕਿਵੇਂ ਕਰਾਂਗਾ, 50,000 ਉਹਦੀ ਵੈਲਿਊ ਸੀ ਬੇਟਾ, 50,000 ਉਹਦੀ ਵੈਲਿਊ ਸੀਗੀ, ਠੀਕ ਹੈ। ਤੇ ਮੈਂ ਕੀ ਕਰਿਆ, ਇਸੀ ਸਾਲ ਦੇ ਵਿੱਚ ਆਪਣੇ ਕੋਲ ਕਲੋਜ਼ਿੰਗ ਸਟਾਕ ਦੀ ਵੀ ਐਡਜਸਟਮੈਂਟ ਹੈ। ਕਲੋਜ਼ਿੰਗ ਸਟਾਕ 31 ਮਾਰਚ 2018, ਕਿਉਂਕਿ 1 ਅਪ੍ਰੈਲ 2017 ਤੋਂ ਲੈ ਕੇ, ਇਹ ਦੋਨੋਂ ਡੇਟਸ ਨੂੰ ਧਿਆਨ ਨਾਲ ਦੇਖੋ, 1 ਅਪ੍ਰੈਲ 2017 ਤੋਂ 31 ਮਾਰਚ 2018, ਇਹ ਦੋਨੋਂ ਇੱਕੋ ਸਾਲ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਨਾ। ਇੱਕ ਸਾਲ ਦਾ ਸ਼ੁਰੂ ਹੈ, ਇੱਕ ਸਾਲ ਦਾ ਐਂਡ ਹੈ। ਤੇ ਮੈਂ ਜਦ ਕਲੋਜ਼ਿੰਗ ਸਟਾਕ ਅੰਡਰ ਵੈਲਿਊਡ ਹੁੰਦਾ, ਮੈਂ ਥੱਲੇ ਲਿਖ ਰਿਹਾ, ਕਲੋਜ਼ਿੰਗ ਸਟਾਕ ਅੰਡਰ ਵੈਲਿਊ ਨੂੰ ਆਪਾਂ ਐਡ ਕਰ ਲਾਂਗੇ, 50 ਦੇ ਵਿੱਚ 20 ਐਡ ਕਰਾਂਗੇ 70 ਆ ਜਾਏਗਾ। ਤੇ ਜੋ ਉਹਦੀ ਡੈਪਰੀਸ਼ੀਏਸ਼ਨ ਹੈ ਉਹ ਮੈਂ ਕੀ ਕਿਹਾ, ਉਹਨੂੰ ਕੀ ਕਰਨਾ ਹੈ, ਲੈਸ ਕਰਨਾ ਹੈ। ਡੈਪਰੀਸ਼ੀਏਸ਼ਨ ਨੂੰ ਕੀ ਕਰਨਾ ਹੈ, ਲੈਸ ਕਰਨਾ। ਮੈਂ ਦੁਬਾਰਾ ਬੋਲ ਰਿਹਾ, 50 ਉਹਦੀ ਵੈਲਿਊ ਸੀ, ਇੱਕ ਤਾਂ ਉਹਦੇ 'ਚ ਜਿਹੜਾ ਕਲੋਜ਼ਿੰਗ ਸਟਾਕ ਆ ਉਹਨੂੰ ਕੀ ਕਰ ਦਿਓ, ਐਡ ਕਰ ਦਿਓ, ਠੀਕ ਹੈ। 70 ਆ ਗਿਆ, ਤੇ ਜੋ ਮੈਂ ਲੈਸ ਕਰਨਾ ਉਹ ਯੈਲੋ 'ਚ ਕਰ ਰਿਹਾ, 10,000 ਨੂੰ ਲੈਸ ਕਰਨਾ ਹੈ, ਕਿਉਂਕਿ ਡੈਪਰੀਸ਼ੀਏਸ਼ਨ ਇਹਦੇ ਵਿੱਚ ਕੀ ਹੁੰਦੀ ਹੈ, ਲੈਸ ਹੁੰਦੀ ਹੈ। ਤੇ ਆਪਣੇ ਕੋਲ ਵੈਲਿਊ ਆ ਜਾਏਗੀ 60,000, ਠੀਕ ਹੈ ਜੀ। 60,000 ਆ ਗਈ, 60,000 ਨੂੰ ਆਪਾਂ ਕਿਹਦੇ 'ਚ ਲਿਖ ਲਾਂਗੇ, ਠੀਕ ਹੈ ਜੀ, 31 ਮਾਰਚ 2018, ਕਿਉਂਕਿ ਇਹਦੀ ਜਿਹੜੀ ਐਡਜਸਟਮੈਂਟ ਦੀ ਜੋ ਡੇਟ ਸੀਗੀ ਬੇਟਾ ਉਹ ਆਪਣੇ ਕੋਲ ਦਿੱਤੀ ਵੀ 1 ਅਪ੍ਰੈਲ 2018, 1 ਅਪ੍ਰੈਲ 2017, ਮੈਂ ਹਾਈਲਾਈਟ ਕਰ ਰਿਹਾ, ਠੀਕ है जी। 1 अप्रैल 2017 जो है वो 1 अप्रैल 31 मार्च 2018 ਦੇ ਵਿੱਚ ਐਡਜਸਟ ਹੋਏਗੀ 60,000, ਠੀਕ ਹੈ ਜੀ। ਉਸ ਤੋਂ ਬਾਅਦ ਜੋ ਆਪਣੀ ਨੈਕਸਟ ਹੈ ਇਹਦੇ ਵਿੱਚ ਆਪਾਂ ਕਲੋਜ਼ਿੰਗ ਸਟਾਕ ਦੀ ਵੀ ਐਡਜਸਟਮੈਂਟ ਕਰ ਚੁੱਕੇ ਹਾਂ, ਠੀਕ ਹੈ। ਤੇ ਇਹਦੀ ਕਲੋਜ਼ਿੰਗ ਜਿਹੜੀ ਇਹਦੀ ਡੈਪਰੀਸ਼ੀਏਸ਼ਨ ਚਾਰਜ ਹੈ ਬੇਟਾ ਇਸ ਕੁਐਸਚਨ ਦੇ ਵਿੱਚ ਹੈ ਉਹ ਰਿਟਰਨ ਡਾਊਨ ਵੈਲਿਊ ਮੈਥਡ।
मैं तुहानू की कहा सीगा कि डेप्रीसीएशन हर साल लगती है, ठीक है जी। तो उस तो बाद जी कैलकुलेशन है अगले साल की, बेटा ध्यान नाल देखो किवें करनी है। तो अपनी जो डेप्रीसीएशन की वैल्यू है पहले साल का 10,000 लग गई सी, तो जो एसिड की जो वैल्यू अपनी कितनी बच गई, 50 जो 10 गए 40 बच गई जी। 40 के उत्ते 20% लावांगा 8,000 डेप्रीसीएशन आ जाएगी। तो क्लोजिंग स्टॉक पिछले साल मैं की करा ऐड करा, तो इस साल की करागा लैस, ठीक है। मैं तुम्हें रिवर्स होंगे, मैं तुम्हें पहला समझाया सीगा 28,000 इसकी वैल्यू आ गई, तो यदी जी 28,000 वैल्यू है मैं आ देखो 19 के लिख ली, ठीक है। दो एडजस्टमेंट हैं, ये 2 स्टार्स लग गए, 32 अपने को प्रॉफिट आ गया। ਹੁਣ ਆਪਾਂ ਕੀ ਕਰਨਾ ਹੈ, ਸਾਰੇ ਨੋਰਮਲ ਪ੍ਰੋਫਿਟ ਦਾ ਟੋਟਲ ਕਰ ਲਾਂਗੇ। ਸੋ ਨੋਰਮਲ ਪ੍ਰੋਫਿਟ ਆਪਾਂ ਇੱਥੇ ਲਿਖ ਲਈ ਜੀ, ਤੇ ਇਹਨੂੰ ਨੰਬਰ ਇਹਨੂੰ ਵੇਟਸ ਨਾਲ ਮਲਟੀਪਲਾਈ ਕੀਤਾ, ਆਪਣੇ ਕੋਲ ਵੇਟਡ ਪ੍ਰੋਫਿਟ ਆ ਗਿਆ, ਠੀਕ ਹੈ ਜੀ। ਵੇਟਡ ਪ੍ਰੋਫਿਟ ਦਾ ਟੋਟਲ ਕੀਤਾ, ਫਾਰਮੂਲੇ 'ਚ ਪੁੱਟ ਕੀਤਾ, ਵੇਟ ਨਾਲ ਡਿਵਾਈਡ ਕੀਤਾ, ਤੇ ਆਪਣੇ ਕੋਲ ਆਨਸਰ ਆ ਗਿਆ ਵੇਟਡ ਐਵਰੇਜ ਪ੍ਰੋਫਿਟ। ਗੁੱਡਵਿਲ ਕੱਢਣ ਲਈ ਮੈਨੂੰ ਕੀ ਕਰਨਾ ਪਏਗਾ, ਇਹਨੂੰ ਨੰਬਰ ਆਫ ਈਅਰ ਆਫ ਪਰਚੇਜ਼ ਨਾਲ ਮਲਟੀਪਲਾਈ। ਓਕੇ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਤੇ ਇਹਦੇ ਨਾਲ ਦਾ ਹੀ ਸੇਮ ਕੁਐਸਚਨ ਇੱਕ ਹੋਰ ਹੈ, ਇਹਦੇ ਵਿੱਚ ਆਪਾਂ ਨੂੰ ਕੀ ਦਿੱਤਾ ਗਿਆ, ਧਿਆਨ ਨਾਲ ਦੇਖੋ। 4 ਸਾਲ ਦਾ ਪ੍ਰੋਫਿਟ ਹੈ ਤੇ ਕੁਝ ਐਡਜਸਟਮੈਂਟਸ ਹੈ। ਸਭ ਤੋਂ ਪਹਿਲਾਂ ਮੈਂ ਕੀ ਕਰਨਾ, ਟੇਬਲ ਬਣਾਵਾਂਗੇ, ਜਿਹਦੇ ਵਿੱਚ ਪਹਿਲਾਂ ਪ੍ਰੋਫਿਟ ਸਾਰੇ ਨੋਟ ਕਰ ਲਾਂਗੇ ਜੋ ਗਿਵਨ ਹੈ ਮੈਨੂੰ, ਇਹ ਸਾਰੇ ਪ੍ਰੋਫਿਟ ਮੈਨੂੰ ਗਿਵਨ ਹੈ। ਓਕੇ, ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਐਡਜਸਟਮੈਂਟ ਦਿੱਤੀ ਹੈ ਮੈਨੂੰ, पहली है मेजर प्लांट रिपेयर है। मेजर प्लांट रिपेयर मैं तुहानू पहला कहा एसिड होंदा, तो उन्होंने चार्ज करता रेवेन्यू, तो इट्स सेड टू बी कैपिटलाइज फॉर गुडविल। एडजस्टमेंट कहने 10% बेटा वो डेप्रीसीएशन का रेट है। तो सैकेंड क्लोजिंग स्टॉक दी ओवर वैल्यूड है, ये आप पिछे करा के आए हैं, दसांगे किवें इंप्लीमेंट करना है। तो सैकेंड एनुअल चार्जिज है, स्टैप बाय स्टैप चलते हैं। सब तो पहला की करांगे, आप एनुअल चार्जिज की एडजस्टमेंट कर देंगे। एनुअल चार्जिज है बेटा हर साल का खर्चा है, ਇਹਨੂੰ हर एक ईयर ਦੇ ਵਿੱਚੋਂ ਲੈਸ ਕਰਤਾ ਵਾ। ਓਕੇ, ਸੈਕਿੰਡ ਐਸਿਡ ਵਾਲਾ ਖਰਚਾ, ਠੀਕ ਹੈ। ਐਸਿਡ ਵਾਲਾ ਖਰਚਾ ਕੀ ਹੈ, ਪਹਿਲਾਂ ਉਹਦੀ ਡੇਟ ਚੈੱਕ ਕਰ ਲਓ ਕੀ ਦਿੱਤਾ ਪਿਆ ਮੈਨੂੰ, 31 ਮਾਰਚ 2018, ਮਤਲਬ ਕਿ ਸਾਲ ਦੇ ਐਂਡ ਦੇ ਵਿੱਚ ਕਰ ਰਿਹਾ। ਸਭ ਤੋਂ ਪਹਿਲੀ ਜਿਹੜੀ ਗੱਲ ਨੋਟਿਸ ਕਰਨ ਵਾਲੀ ਹੈ 31 ਮਾਰਚ 2018। ਬੇਟਾ ਤੁਹਾਨੂੰ ਵੀ ਪਤਾ ਕਿ ਸਾਲ ਦੇ ਐਂਡ 'ਚ ਕੋਈ ਚੀਜ਼ ਖਰੀਦਦਾ ਮੈਂ ਬਿਲਕੁਲ ਲਾਸਟ ਡੇਟ ਨੂੰ, ਤੇ ਉਸ ਸਾਲ ਉਹਦੀ ਡੈਪਰੀਸ਼ੀਏਸ਼ਨ ਤਾਂ ਲੱਗਦੀ ਨਹੀਂ, ਠੀਕ ਹੈ ਨਾ। उस साल तो डेप्रीशिएशन लगती नहीं। तो 12,000 की चीज़ है, मैं की करागा, तो आ देखो 2018 के 12,000 ही लिख लागा। उस साल मैं डेप्रीशिएशन कोई चार्ज नहीं करागा, क्योंकि लास्ट डेट पर मैं खरीदी है। ओके, तो सैकेंड मैं यदि जी डेप्रीशिएशन अगले साल चार्ज करागा, वो आएगी मेरी 10% कैलकुलेट करके 1200, वो मैं अगले साल की कर दागा लैस कर दागा। तो जब मैं एक कंसैप्ट पिछे भी करा के आया, जब आप कोई भी एसिड नू एक्सपेंस मान लिया, तो एसिड की वैल्यू की होंगी है, ऐड होंगी है, ठीक है। जो मैं दोबारा दस रहा एसिड की वैल्यू ऐड होंगी है, तो मैं देखो 12,000 रेड के ऐड किया गया, ठीक है। तो येलो के मैं कर रहा हूँ डेप्रीशिएशन की एडजस्टमेंट। डेप्रीशिएशन देखो वो आप की गई है माइनस। क्लोजिंग स्टॉक की जो एडजस्टमेंट है बेटा, जो क्लोजिंग स्टॉक ओवर वैल्यूड है, तो आप की करते हैं लैस करते हैं, ठीक है। इसका कलर चेंज कर दिए, लैस करते हैं। तो अगले साल की होगा ओपनिंग स्टॉक की हो जाएगा, वो ऐड हो जाएगा। ओके, ये सारी एडजस्टमेंट तो बाद जो प्रॉफिट मेरे को निकलेंगे प्लस माइनस करके, इसनों मैं टेबल के विच लिखागा, अगेन न्यू टेबल, तो उन्होंने वेट ना मल्टीप्लाई करागा, तो वेटेड प्रॉफिट आ जाएगा। वेटेड प्रॉफिट का टोटल करागा, नंबर सम ऑफ वेट ना डिवाइड करागा, वेटेड एवरेज आ जाएगा। वेटेड एवरेज गुडविल कढ़ने लिए मैनू की करना पेगा, नंबर ऑफ ईयर ऑफ परचेज ना मल्टीप्लाई, गुडविल का आंसर आ जाएगा। आई होप तो ये दोनों मैथड क्लीयर होए होंगे। अज मैं सिर्फ एवरेज प्रॉफिट कराया, एवरेज प्रॉफिट के सिंपल एवरेज प्रॉफिट तो वेटेड एवरेज प्रॉफिट, ठीक है। अज का जो टॉपिक सीगा वो इसी रिलेटेड सीगा। ओके, थैंक यू।